Good morning students. Today our topic of learning is industry. First of all, what is industry? Industry ਕੀ ਹੁੰਦੀ ਹੈ? ਸਾਰੀਆਂ ਬਿਜ਼ਨਸ ਪ੍ਰੋਸੈਸਿਸ ਦੀ ਇੰਟੀਗ੍ਰੇਸ਼ਨ ਹੁੰਦੀ ਹੈ ਤੇ ਇਕਨੋਮਿਕ ਐਕਟੀਵਿਟੀਜ਼ ਦੀ ਮੀਨਸ ਇਹਦੇ ਵਿੱਚ ਕੀ ਹੁੰਦਾ ਗਾ ਸਾਰੀ ਜਿਹੜੀਆਂ ਬਿਜ਼ਨਸ ਪ੍ਰੋਸੈਸਿਸ ਆ ਉਹ ਤੇ ਇਕਨੋਮਿਕ ਐਕਟੀਵਿਟੀਜ਼ ਆ ਉਹਨਾਂ ਦੇ ਨਾਲ ਐਸੋਸੀਏਟਡ ਜਿਹੜੀ ਡਿਵੈਲਪਮੈਂਟ ਹੁੰਦੀ ਆ ਮਤਲਬ ਕੋਈ ਚੀਜ਼ ਬਣਾਉਣੀ ਉਹਨੂੰ ਉਹਦਾ ਪ੍ਰੋਡਕਟ ਦੀ ਮੈਨੂਫੈਕਚਰਿੰਗ ਕਰਨੀ ਜਾਂ ਪ੍ਰੋਸੈਸਿੰਗ ਹੋਣੀ ਪ੍ਰੋਡਕਟਸ ਜਾਂ ਸਰਵਿਸਿਜ਼ ਦੀ ਉਹਨੂੰ ਆਪਾਂ ਇੰਡਸਟਰੀ ਕਹਿੰਦੇ ਬੇਸਿਕਲੀ ਜਿਹੜੀਆਂ ਚੀਜ਼ਾਂ ਇਕਨੋਮਿਕ ਐਕਟੀਵਿਟੀ ਦੇ ਵਿੱਚ ਜਾਂ ਬਿਜ਼ਨਸ ਪ੍ਰੋਸੈਸਿਸ ਦੇ ਵਿੱਚ ਯੂਜ਼ ਹੁੰਦੀਆਂ ਉਹ ਕੀ ਇੰਡਸਟਰੀ ਦੇ ਵਿੱਚ ਮੈਨੂਫੈਕਚਰ ਹੁੰਦੀਆਂ ਡਿਵੈਲਪ ਹੁੰਦੀਆਂ ਅਤੇ ਜਿਹੜੀਆਂ ਕੀ ਆ ਪ੍ਰੋਸੈਸ ਹੁੰਦੀਆਂ ਨੇ ਇਹ ਕੀ ਆ ਇਹ ਲਾਰਜ ਸਕੇਲ ਬਿਜ਼ਨਸ ਐਕਟੀਵਿਟੀ ਹੁੰਦੀ ਹੈ ਇਹਦੇ 'ਚ ਕੀ ਆ ਇਟ ਇਜ਼ ਅ ਕਲਾਸੀਫਿਕੇਸ਼ਨ ਦੈਟ ਰੈਫਰਸ ਟੂ ਗਰੁੱਪ ਆਫ ਕੰਪਨੀਜ਼ ਦੈਟ ਆਰ ਰਿਲੇਟਡ ਇਨ ਟਰਮਸ ਆਫ ਪ੍ਰਾਇਮਰੀ ਬਿਜ਼ਨਸ ਐਕਟੀਵਿਟੀਜ਼ ਇਹ ਕੀ ਆ ਇਹਦੇ 'ਚ ਜ਼ਿਆਦਾ ਸਾਰੀਆਂ ਕੰਪਨੀਜ਼ ਹੁੰਦੀਆਂ ਨੇ ਜਿਹੜੀਆਂ ਇਨਵੋਲਵ ਹੁੰਦੀਆਂ ਨੇ ਤਾਂ ਕਿ ਕੀ ਆ ਉਹ ਪ੍ਰਾਇਮਰੀ ਬਿਜ਼ਨਸ ਐਕਟੀਵਿਟੀਜ਼ ਆ ਜਿਹੜੀਆਂ ਉਹ ਕਰ ਸਕਣ ਅਕੋਰਡਿੰਗ ਟੂ ਵੈਬਸਟਰਜ਼ ਨਿਊ ਵਰਡ ਡਿਕਸ਼ਨਰੀ ਜਿਹੜਾ ਵੈਬਸਟਰ ਆ ਉਹਨੇ ਆਪਣੇ ਅਕੋਰਡਿੰਗ ਇੰਡਸਟਰੀ ਦੀ ਡੈਫੀਨੇਸ਼ਨ ਦਿੱਤੀ ਸੀ ਮੈਨੂਫੈਕਚਰਿੰਗ ਪ੍ਰੋਡਕਟਿਵ ਐਂਟਰਪ੍ਰਾਈਜ਼ਸ ਕਲੈਕਟਿਵਲੀ ਮਤਲਬ ਇਹਦੇ ਵਿੱਚ ਕੀ ਆ ਜਿਹੜੀ ਮੈਨੂਫੈਕਚਰਿੰਗ ਆ ਜਿਹੜੀ ਉਹ ਇਹਦੇ ਵਿੱਚ ਹੁੰਦੀ ਹੈ ਅਤੇ ਡਿਸਟਿੰਗੁਇਸ਼ ਫਰੋਮ ਐਗਰੀਕਲਚਰ ਐਗਰੀਕਲਚਰ ਤੋਂ ਬਿਨਾਂ ਜਿਹੜੀ ਵੀ ਪ੍ਰੋਡਕਸ਼ਨ ਹੁੰਦੀ ਆ ਉਹਨੂੰ ਆਪਾਂ ਇੰਡਸਟਰੀਲਾਈਜੇਸ਼ਨ ਕਹਿੰਦੇ ਆ ਸਾਰੀਆਂ ਜਿਹੜੀਆਂ ਪ੍ਰੋਡਕਸ਼ਨ ਐਕਟੀਵਿਟੀਜ਼ ਨੇ ਬਿਜ਼ਨਸ ਐਂਟਰਪ੍ਰਾਈਜ਼ ਦੀਆਂ ਉਹ ਕਿ ਇੰਡਸਟਰੀਅਲ ਅੰਡਰਟੇਕਿੰਗ ਦੇ ਅੰਡਰ ਆਉਂਦੀਆਂ ਨੇ ਮੀਨਸ ਜਿਹੜੀਆਂ ਵੀ ਬਿਜ਼ਨਸ ਦੇ ਵਿੱਚ ਕੋਈ ਵੀ ਚੀਜ਼ ਯੂਜ਼ ਹੁੰਦੀ ਆ ਜਿਹੜੀ ਉਹ ਪ੍ਰੋਡਕਟਸ ਵਰਤਦੇ ਆ ਉਹ ਇੰਡਸਟਰੀਅਲ ਅੰਡਰਟੇਕਿੰਗ ਦੇ ਥਰੂ ਉਹ ਕਹਿੰਦੇ ਆ ਇਹਦੇ 'ਚ ਕੀ ਰੇਜ਼ਿੰਗ ਹੁੰਦੀ ਆ ਮੈਨੂਫੈਕਚਰਿੰਗ ਅਤੇ ਪ੍ਰੋਸੈਸਿੰਗ ਹੁੰਦੀ ਹੈ ਯੂਜ਼ਫੁਲ ਪ੍ਰੋਡਕਟਸ ਦੀ ਇਹਦੇ ਵਿੱਚ ਕੀ ਹੁੰਦਾ ਰੇਜ਼ ਮਤਲਬ ਉਹਨਾਂ ਨੂੰ ਸ਼ੁਰੂ ਕੀਤਾ ਜਾਂਦਾ ਬਣਾਇਆ ਜਾਂਦਾ ਅਤੇ ਪ੍ਰੋਸੈਸ ਕੀਤਾ ਜਾਂਦਾ ਇਟ ਇਜ਼ ਦਸ ਕੰਸੀਡਰਡ ਐਜ਼ ਅ ਫੰਡਾਮੈਂਟਲ ਕੈਟਾਗਰੀ ਆਫ ਅ ਬਿਜ਼ਨਸ ਐਕਟੀਵਿਟੀ ਇਸੇ ਕਰਕੇ ਕੀ ਆ ਇਹਨੂੰ ਫੰਡਾਮੈਂਟਲ ਕੈਟਾਗਰੀ ਦੇ ਵਿੱਚ ਕੰਸੀਡਰ ਕਰਦੇ ਆ ਜਿਹੜੀ ਇੰਡਸਟਰੀ ਆ ਉਹ ਕੀ ਬ੍ਰੌਡ ਬਿਜ਼ਨਸ ਐਕਟੀਵਿਟੀ ਆ ਲਾਈਕ ਕੰਜ਼ਿਊਮਰ ਡਿਊਰੇਬਲਸ ਔਰ ਸਪੈਸੀਫਿਕ ਬਿਜ਼ਨਸ ਐਕਟੀਵਿਟੀ ਲਾਈਕ ਏਅਰ ਕੰਡੀਸ਼ਨਰਸ ਮਤਲਬ ਕੋਈ ਵੀ ਕੰਜ਼ਿਊਮਰ ਦੇ ਲਈ ਜਿਹੜੀ ਚੀਜ਼ ਵਰਤੀ ਜਾਣੀ ਆ ਉਹਦੇ ਲਈ ਛੋਟੀਆਂ ਛੋਟੀਆਂ ਚੀਜ਼ਾਂ ਜਾਂ ਕੀ ਆ ਕੋਈ ਸਪੈਸੀਫਿਕ ਚੀਜ਼ ਜਿਵੇਂ ਏਅਰ ਕੰਡੀਸ਼ਨਰਸ ਹੋ ਗਏ ਉਹ ਕੀ ਬਣਾਏ ਜਾਂਦੇ ਆ ਇਨ ਸਿੰਪਲ ਟਰਮ ਦੇ ਵਿੱਚ ਜੇ ਆਪਾਂ ਛੋਟੀ ਟਰਮਸ ਦੇ ਵਿੱਚ ਬੋਲੀਏ ਜਿਹੜਾ ਇੰਡਸਟਰੀ ਆ ਉਹ ਕੀ ਕਲਸਟਰ ਆ ਸਮਾਲ ਬਿਜ਼ਨਸ ਦਾ ਜਿਹੜੇ ਜ਼ਿਆਦਾ ਸਾਰੇ ਬਿਜ਼ਨਸ ਆ ਉਹਨਾਂ ਸਮਾਲ ਬਿਜ਼ਨਸ ਆ ਉਹਨੂੰ ਇਕੱਠੇ ਕਰ ਲੈਂਦੇ ਆ ਤਾਂ ਕਿ ਇੱਕ ਇੰਡਸਟਰੀ ਆ ਜਿਹੜੀ ਉਹ ਬਣ ਜਾਂਦੀ ਆ ਜਿਵੇਂ ਕਿ ਆ ਵੇਰੀਅਸ ਬਿਜ਼ਨਸ ਯੂਨਿਟਸ ਇਨਵੋਲਵਡ ਇਨ ਮੈਨੂਫੈਕਚਰਿੰਗ ਆਫ ਵਹੀਕਲਸ ਕਿਵੇਂ ਹੁਣ ਜਿਵੇਂ ਕਾਫੀ ਸਾਰੇ ਜਿਹੜੇ ਬਿਜ਼ਨਸ ਯੂਨਿਟਸ ਆ ਉਹ ਵਹੀਕਲਸ ਦੀ ਫਾਰਮੇਸ਼ਨ ਕਰਨ ਦੇ ਵਿੱਚ ਆ ਜਿਵੇਂ ਕੋਈ ਟਾਇਰ ਬਣਾ ਰਿਹਾ ਸਮ ਆਰ ਬਿਜ਼ੀ ਮੇਕਿੰਗ ਦਾ ਗੇਅਰ ਸਿਸਟਮ ਸਮ ਆਰ ਐਕਸਪਰਟ ਇਨ ਮੇਕਿੰਗ ਇੰਜਨਸ ਐਟਸੈਕਟਰਾ ਲਾਈਕ ਹੈ ਨਾ ਹਰੇਕ ਜਿਹੜੀ ਇੰਡਸਟਰੀ ਆ ਬਿਜ਼ਨਸ ਯੂਨਿਟਸ ਆ ਉਹ ਵਹੀਕਲਸ ਬਣਾ ਰਹੀਆਂ ਨੇ ਚਾਹੇ ਉਹ 2 ਵੀਲਰਸ ਨੇ ਚਾਹੇ ਉਹ ਕੋਈ ਕਮਰਸ਼ੀਅਲ ਬੱਸਿਸ ਨੇ ਜਾਂ ਕੋਈ ਟਰੱਕ ਨੇ ਜਾਂ ਕੋਈ ਟੈਕਸੀਜ਼ ਆ ਠੀਕ ਆ ਸਾਰਿਆਂ ਦੇ ਵਿੱਚ ਕੀ ਆ ਜਿਹੜਾ ਵੇਰੀਅਸ ਇੰਡਸਟਰੀਜ਼ ਆ ਜਿਹੜੀਆਂ ਇਨਵੋਲਵ ਨੇ ਲਾਈਕ ਮੈਨੀ ਅਦਰ ਇੰਡਸਟਰੀ ਐਗਜ਼ਿਸਟ ਇਨ ਡਿਫਰੈਂਟ ਸੈਕਟਰਸ ਸੱਚ ਐਜ਼ ਬੇਕਿੰਗ ਇੰਡਸਟਰੀ ਟੈਲੀਕਾਮ ਇੰਡਸਟਰੀ ਫਿਲਮ ਇੰਡਸਟਰੀ ਕਹਿੰਦੇ ਇੱਦਾਂ ਹੀ ਕਾਫੀ ਸਾਰੇ ਸੈਕਟਰਸ ਆ ਹੋਰ ਜਿਹਦੇ ਵਿੱਚ ਇੰਡਸਟਰੀਜ਼ ਜਿਵੇਂ ਫਿਲਮ ਇੰਡਸਟਰੀ ਹੋ ਗਈ ਬੇਕਿੰਗ ਇੰਡਸਟਰੀ ਹੋ ਗਈ ਟੈਲੀਕਾਮ ਇੰਡਸਟਰੀ ਹੋ ਗਈ ਇੰਡਸਟਰੀ ਦਾ ਨੇਚਰ ਕੀ ਹੋਣਾ ਚਾਹੀਦਾ ਗਾ ਫੋਲੋਇੰਗ ਪੁਆਇੰਟਸ ਰਿਫਲੈਕਟ ਦਾ ਨੇਚਰ ਆਫ ਇੰਡਸਟਰੀ ਇੰਡਸਟਰੀ ਦਾ ਨੇਚਰ ਕੀ ਹੁੰਦਾ ਗਾ ਇਹ ਜਿਹੜੇ ਪੁਆਇੰਟਸ ਨੇ ਉਹ ਆਪਾਂ ਨੂੰ ਦੱਸਣਗੇ ਫਸਟ ਇਜ਼ ਮਾਰਕੀਟ ਸਾਈਜ਼ ਐਂਡ ਗਰੋਥ ਰੇਟ ਸਭ ਤੋਂ ਪਹਿਲਾਂ ਕਿ ਜਿਹੜੇ ਦ ਟੋਟਲ ਨੰਬਰ ਆਫ ਬਿਜ਼ਨਸ ਆਪਰੇਟਿੰਗ ਵਿਦਿਨ ਅ ਸਿੰਗਲ ਇੰਡਸਟਰੀ ਨੋਨ ਐਜ਼ ਅ ਮਾਰਕੀਟ ਸਾਈਜ਼ ਜਿੰਨੇ ਜ਼ਿਆਦਾ ਬਿਜ਼ਨਸ ਇੱਕ ਸਿੰਗਲ ਇੰਡਸਟਰੀ ਦੇ ਅੰਦਰ ਕੰਮ ਆਉਂਦੇ ਆ ਉਹਨੂੰ ਕਹਿੰਦੇ ਆ ਮਾਰਕੀਟ ਦਾ ਸਾਈਜ਼ ਜਿੰਨਾ ਜ਼ਿਆਦਾ ਮਾਰਕੀਟ ਦਾ ਸਾਈਜ਼ ਹੋਊਗਾ ਉਹ ਕੀ ਆ ਉਨਾ ਜ਼ਿਆਦਾ ਉਹਦਾ ਗਰੋਥ ਰੇਟ ਹੋਊਗਾ ਕਹਿੰਦੇ ਜਿਹੜੇ ਇਸ ਕਰਕੇ ਕੋਈ ਵੀ ਨਵਾਂ ਬੰਦਾ ਜਿਹੜਾ ਬਿਜ਼ਨਸ ਸਟਾਰਟ ਕਰ ਰਿਹਾ ਉਹਨੂੰ ਕੀ ਆ ਸਟੈਟਿਕ ਗਰੋਥ ਔਰ ਡਿਕਲਾਈਨਿੰਗ ਬਾਰੇ ਪਤਾ ਹੋਣਾ ਚਾਹੀਦਾ ਇਟ ਕੈਨ ਬੀ ਐਨਾਲਾਈਜ਼ਡ ਬਾਈ ਸਪੋਟਿੰਗ ਦ ਪੋਜੀਸ਼ਨ ਆਫ ਇੰਡਸਟਰੀ ਇਨ ਦ ਬਿਜ਼ਨਸ ਲਾਈਫ ਸਾਈਕਲ ਕਹਿੰਦੇ ਇਹ ਕਿਵੇਂ ਪਤਾ ਲੱਗ ਸਕਦਾ ਜਿਹੜੀ ਇੰਡਸਟਰੀ ਦੀ ਪੋਜੀਸ਼ਨ ਆ ਲਾਈਫ ਸਾਈਕਲ ਬਿਜ਼ਨਸ ਲਾਈਫ ਸਾਈਕਲ ਦੇ ਵਿੱਚ ਉਹ ਤੋਂ ਦੇਖ ਕੇ ਪਤਾ ਲੱਗਦਾ ਜਿਵੇਂ ਇੰਟਰੋਡਕਸ਼ਨ ਹੋ ਗਈ ਗਰੋਥ ਹੋ ਗਈ ਮੈਚਿਓਰਿਟੀ ਹੋ ਗਈ ਸਟੈਗਨੇਸ਼ਨ ਮਤਲਬ ਜਦੋਂ ਉਹ ਆਈ ਉਹਦੀ ਕਿੰਨੀ ਗਰੋਥ ਹੋਈ ਉਹ ਕਿਵੇਂ ਮੈਚਿਓਰ ਹੋ ਰਹੀ ਆ ਉਹ ਇੱਕ ਸਟੈਗਨੇਸ਼ਨ ਮੀਨਸ ਉਹ ਸਟੈਗਨੇਸ਼ਨ ਇੱਕ ਸਿੰਗਲ ਪੁਆਇੰਟ 'ਤੇ ਕੰਟੀਨਿਊਸ ਚੱਲ ਰਹੀ ਆ ਜਾਂ ਕਿ ਉਹਦੇ 'ਚ ਘਟਾਅ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਕੀ ਮਾਰਕੀਟ ਸਾਈਜ਼ ਅਤੇ ਗਰੋਥ ਰੇਟ ਇਹ ਨੇਚਰ ਦੱਸਦੀਆਂ ਨੈਕਸਟ ਕੀ ਨੰਬਰ ਆਫ ਕੰਪੀਟੀਟਰਸ ਕਿ ਕਿੰਨੇ ਨੰਬਰ ਆਫ ਕੰਪੀਟੀਟਰਸ ਜੇ ਹੁਣ ਸਪੋਜ਼ ਕਰੋ ਜਿੰਨੇ ਜ਼ਿਆਦਾ ਕੰਪੀਟੀਟਰਸ ਹੋਣਗੇ ਉਨੇ ਜ਼ਿਆਦਾ ਪ੍ਰੋਡਕਸ਼ਨ ਆ ਜਿਹੜੀ ਉਹ ਆਪਾਂ ਬੈਟਰ ਅਤੇ ਵਧੀਆ ਕਰਾਂਗੇ ਅਤੇ ਉਹ ਆਪਾਂ ਉਹਨਾਂ ਤੋਂ ਕਿੰਨੇ ਜ਼ਿਆਦਾ ਵਧੀਆ ਉਹ ਇੰਡੀਕੇਟਸ ਕਰਦੀ ਹੈ ਨੇਚਰ ਆਫ ਇੰਡਸਟਰੀ ਜਿਵੇਂ ਹੁਣ ਕੀ ਆ ਮਰਜਰਸ ਅਤੇ ਐਕੁਇਜ਼ੀਸ਼ਨਸ ਹੋ ਗਏ ਟੇਕ ਓਵਰਸ ਕਿ ਆਪਾਂ ਉਹਨਾਂ ਤੋਂ ਕਿੰਨਾ ਪਿੱਛੇ ਰਹਿ ਗਏ ਜਾਂ ਕਿੰਨਾ ਅੱਗੇ ਚਲੇ ਗਏ ਇਹ ਸਾਰੀ ਨੌਲੇਜ ਆ ਜਿਹੜੀ ਇੰਡਸਟਰੀ ਦੀ ਉਹ ਕੀ ਨੇਚਰ ਆਫ ਇੰਡਸਟਰੀ ਜਿਹੜਾ ਉਹ ਮੈਂਸ਼ਨ ਕਰਦੀ ਡਿਗਰੀ ਆਫ ਪ੍ਰੋਡਕਟ ਡਿਫਰੈਂਸ਼ੀਏਸ਼ਨ ਕਹਿੰਦੇ ਜਿਹੜਾ ਪ੍ਰੋਡਕਟ ਦੀ ਡਿਫਰੈਂਸ਼ੀਏਸ਼ਨ ਕਿ ਇੱਕ ਇੰਡਸਟਰੀ ਦੇ ਵਿੱਚ ਕਿੰਨੇ ਪ੍ਰੋਡਕਟਸ ਬਣ ਰਹੇ ਆ ਉਹ ਸਾਰਾ ਇੱਕ ਇੰਡਸਟਰੀ ਦੇ ਵਿੱਚ ਸੇਮ ਪ੍ਰੋਡਕਟ ਦੇ ਡਿਫਰੈਂਟ ਯੂਨਿਟਸ ਹੋਣਗੇ ਤਾਂ ਇੰਡਸਟਰੀ ਦੇ ਵਿੱਚ ਕੀ ਕੰਪੀਟੀਸ਼ਨ ਇੰਟਰਨਲੀ ਇਨਕਰੀਜ਼ ਹੋ ਜੂਗਾ ਜਿਹੜਾ ਕਿ ਪ੍ਰੋਡਕਸ਼ਨ 'ਤੇ ਇਫੈਕਟ ਪਾਊਗਾ ਉਹਨੂੰ ਬੈਡ ਮੈਨਰ ਦੇ ਵਿੱਚ ਵੀ ਅਤੇ ਪੋਜ਼ੀਟਿਵ ਮੈਨਰ ਦੇ ਵਿੱਚ ਦੋਨੋਂ ਟਾਈਪ ਦੇ ਨਾਲ ਇਨਫਲੂਐਂਸ ਕਰੂਗਾ ਜ਼ਿਆਦਾ ਚਾਂਸਿਸ ਨੇ ਕਿ ਇਟ ਵਿਲ ਇਨਫਲੂਐਂਸ ਇਨ ਬੈਡ ਮੈਨਰ ਨੈਕਸਟ ਇਜ਼ ਸਪੇਸ ਆਫ ਟੈਕਨੋਲੋਜੀਕਲ ਚੇਂਜ ਕਿ ਜਿਹੜੀ ਕੋਈ ਵੀ ਇੰਡਸਟਰੀ ਹੈ ਉਹ ਟੈਕਨੋਲੋਜੀ ਦੇ ਅਕੋਰਡਿੰਗ ਚੇਂਜ ਹੋਣੀ ਚਾਹੀਦੀ ਹੈ ਵਰਟੀਕਲ ਇੰਟੀਗ੍ਰੇਸ਼ਨ ਕੀ ਹੁੰਦੀ ਹੈ ਇਟ ਇਜ਼ ਲੀਡ ਟੂ ਐਨ ਇੰਡਸਟਰੀ applying vertical integration can lead to significant cost of production differences
ਇਹ ਕੀ ਇੰਡੀਕੇਟ ਕਰਦਾ ਹੈ ਜਿੰਨੀ ਕਾਸਟ ਲੱਗੀ ਪ੍ਰੋਡਕਸ਼ਨ ਦੇ ਉੱਤੇ ਜਿਹੜੇ ਡਿਫਰੈਂਸਿਸ ਨੇ ਉਹਨਾਂ ਲਈ। ਇਟ ਸ਼ੁੱਡ ਨੋ ਦਾ ਪ੍ਰੋਜ਼ ਐਂਡ ਕੌਨਸ ਆਫ ਫੁੱਲ ਐਂਡ ਪਾਰਸ਼ੀਅਲ ਇੰਟੀਗ੍ਰੇਸ਼ਨ। ਇਹ ਕੀ ਫਾਇਦੇ ਅਤੇ ਨੁਕਸਾਨ ਦੱਸਦਾ ਹੈ ਪਾਰਸ਼ੀਅਲ ਅਤੇ ਫੁੱਲ ਇੰਟੀਗ੍ਰੇਸ਼ਨ ਦੇ। ਇਸ ਕਰਕੇ ਹਰੇਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੰਪੀਟੀਟਰਸ ਦੀ ਜਿਹੜੀ ਇੰਟੀਗ੍ਰੇਸ਼ਨ ਆ ਉਹ ਕਿੱਦਾਂ ਇੰਪਲੀਮੈਂਟ ਹੋ ਰਹੀ ਆ। ਜਿਹੜੀ ਕਹਿੰਦੇ ਫੁੱਲੀ ਇੰਟੀਗ੍ਰੇਟਿਡ ਇੰਡਸਟਰੀਅਲ ਯੂਨਿਟ ਆ ਉਹਦੇ ਕੀ ਡਿਫਰੈਂਟ ਕੰਪੀਟੀਟਿਵ ਕੈਰੈਕਟਰਸ ਹੁੰਦੇ ਆ ਪਾਰਸ਼ੀਅਲ ਜਾਂ ਨਾਨ ਇੰਟੀਗ੍ਰੇਟਿਡ ਇੰਡਸਟਰੀਅਲ ਯੂਨਿਟਸ ਨਾਲ। ਇਕਨੋਮਿਕਸ ਆਫ ਆ ਸਕੇਲ ਇਹ ਵੀ ਦੱਸਦਾ ਕਿ ਬਾਇੰਗ ਪ੍ਰੋਡਿਊਸਿੰਗ ਮਤਲਬ ਜਿੱਦਾਂ ਕੋਈ ਚੀਜ਼ ਖਰੀਦ ਰਹੇ ਹਾਂ ਵੇਚ ਰਹੇ ਹਾਂ ਕਿੰਨੀ ਪ੍ਰੋਡਿਊਸ ਕਰ ਰਹੇ ਹਾਂ ਅਤੇ ਕੀ ਮਾਰਕੀਟ ਹੈ, ਇਹ ਸਾਰੀ ਕੀ ਇਕਨੋਮਿਕਸ ਦੱਸ ਸਕਦਾ ਸਕੇਲ ਦੀਆਂ। ਨੈਕਸਟ ਹੈਗਾ ਟਾਈਪ ਆਫ ਇੰਡਸਟਰੀਜ਼। ਦੇਰ ਆਰ ਵੇਰੀਅਸ ਟਾਈਪ ਆਫ ਇੰਡਸਟਰੀਜ਼। ਫਸਟ ਆਫ ਪ੍ਰਾਇਮਰੀ ਇੰਡਸਟਰੀ। ਪ੍ਰਾਇਮਰੀ ਇੰਡਸਟਰੀਜ਼ ਹੁੰਦੀਆਂ ਜਿਸ 'ਚ ਐਕਸਟ੍ਰੈਕਸ਼ਨ ਦੀਆਂ ਕੀ ਜੈਨੇਟਿਕ ਇੰਡਸਟਰੀਜ਼ ਆ ਜਿਹੜੀਆਂ ਇਹਦੇ 'ਚ ਇਨਵੋਲਵ ਹੁੰਦੀਆਂ। ਇਹ ਉਹ ਇੰਡਸਟਰੀਜ਼ ਹੁੰਦੀਆਂ ਜਿਹੜੀਆਂ ਬਿਜ਼ਨਸ ਐਕਟੀਵਿਟੀਜ਼ ਕਰਦੀਆਂ ਲਾਈਕ ਐਕਸਟ੍ਰੈਕਸ਼ਨ ਹੋ ਗਈ, ਪ੍ਰੋਡਕਸ਼ਨ ਹੋ ਗਈ, ਪ੍ਰੋਸੈਸਿੰਗ ਹੋ ਗਈ ਜਾਂ ਆਇਲਸ ਦੀ ਐਗਰੀਕਲਚਰ ਪ੍ਰੋਡਕਟਸ ਦੀ। ਫਸਟ ਆਫ ਆਲ ਪਹਿਲਾਂ ਹੈ ਐਕਸਟ੍ਰੈਕਟਿਵ ਇੰਡਸਟਰੀਜ਼। ਐਕਸਟ੍ਰੈਕਸ਼ਨ ਆਫ ਆਇਲਸ ਹੁੰਦੀ ਹੈ ਬੇਸਿਕਲੀ, ਹੈ ਨਾ, ਜਾਂ ਕਿਸੇ ਵੀ ਪ੍ਰੋਡਕਟ ਦੇ ਵਿੱਚੋਂ ਕੋਈ ਵੀ ਐਕਸਟ੍ਰੈਕਸ਼ਨ ਕੱਢਣੀ ਕੋਈ ਯੂਜ਼ਫੁਲ ਪ੍ਰੋਡਕਟਸ ਦੀ, ਹੋ ਗਿਆ ਐਕਸਟ੍ਰੈਕਟਿਵ ਇੰਡਸਟਰੀਜ਼। ਨੈਕਸਟ ਹੈਗੇ ਜੈਨੇਟਿਕ ਇੰਡਸਟਰੀਜ਼। ਜੈਨੇਟਿਕ ਇੰਡਸਟਰੀਜ਼ ਉਹ ਇੰਡਸਟਰੀਜ਼ ਹੁੰਦੀਆਂ ਜਿੱਥੇ ਜੈਨੇਟਿਕ ਪ੍ਰੋਡਕਟਸ ਨਾਲ ਡੀਲ ਕੀਤਾ ਜਾਂਦਾ। ਨੈਕਸਟ ਹੈਗੀ ਸੈਕੰਡਰੀ ਇੰਡਸਟਰੀ। ਸੈਕੰਡਰੀ ਇੰਡਸਟਰੀ ਕੀ ਆ, ਇਹ ਕੀ ਆ ਉਹ ਚੀਜ਼ਾਂ ਨੂੰ ਬਣਾਉਂਦੀ ਹੈ ਜਿਹੜੀਆਂ ਕੀ ਆ ਪ੍ਰਾਇਮਰੀ ਇੰਡਸਟਰੀਜ਼ ਦੁਆਰਾ ਕੀ ਆ ਯੂਜ਼ ਕੀਤੀਆਂ ਬਣਾਈਆਂ ਜਾਂਦੀਆਂ ਨੇ, ਉਹਨਾਂ ਨੂੰ ਅੱਗੇ ਯੂਜ਼ ਕਰਕੇ ਇਹ ਕੰਮ ਕਰਦੀ ਹੈ। ਇਹਨਾਂ ਨੂੰ ਸੈਕੰਡਰੀ ਇੰਡਸਟਰੀਜ਼ ਕਹਿ ਦਿੰਦੇ ਆ। ਇਹਦੇ ਵਿੱਚ ਕੀ ਕੰਜ਼ਿਊਮਰ ਗੁਡਸ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਸਭ ਤੋਂ ਪਹਿਲਾਂ ਆ ਗਿਆ ਮੈਨੂਫੈਕਚਰਿੰਗ ਇੰਡਸਟਰੀਜ਼। ਸੈਕੰਡਰੀ ਇੰਡਸਟਰੀਜ਼ ਦੇ ਅੰਡਰ ਮੈਨੂਫੈਕਚਰਿੰਗ ਇੰਡਸਟਰੀਜ਼ ਹੁੰਦੀਆਂ ਨੇ ਜਿਹੜੀਆਂ ਕੋਈ ਵੀ ਚੀਜ਼ ਨੂੰ ਬਣਾਉਂਦੀਆਂ ਨੇ ਸੈਮੀ ਫਿਨਿਸ਼ ਜਾਂ ਫਿਨਿਸ਼ਡ ਗੁਡਸ ਨੂੰ। ਸਿਮਿਲਰਲੀ ਜਿਵੇਂ ਫਾਰ ਐਗਜ਼ਾਮਪਲ ਕਾਟਨ ਆ ਜਿਹੜੀ ਉਹ ਕੀ ਆ ਐਕਸਟ੍ਰੈਕਸ਼ਨ ਹੋਈ ਪ੍ਰਾਇਮਰੀ ਇੰਡਸਟਰੀ ਦੇ ਵਿੱਚ, ਉਹ ਕੀ ਕਾਟਨ ਇੱਧਰ ਯੂਜ਼ ਹੋਈ ਕੱਪੜਾ ਬਣਾਉਣ ਲਈ, ਮਤਲਬ ਕੋਈ ਵੀ ਕਲੋਥ ਜਾਂ ਟੈਕਸਟਾਈਲ ਦਾ ਮਟੀਰੀਅਲ ਬਣਾਉਣ ਲਈ ਯੂਜ਼ ਹੋਈ। ਸੇਮ ਜਿਵੇਂ ਆਇਰਨ ਓਰ ਆ, ਹੁਣ ਆਇਰਨ ਨੂੰ ਆਪਾਂ ਐਕਸਟ੍ਰੈਕਟ ਕਰਦੇ ਹਾਂ ਅਰਥ ਦੇ ਵਿੱਚੋਂ, ਉਹਨੂੰ ਆਪਾਂ ਯੂਜ਼ ਕੀਤਾ ਪ੍ਰੋਡਿਊਸ ਕਰਨ ਲਈ ਸਟੀਲ ਅਤੇ ਟਿੰਬਰ। ਸਟੀਲ ਯੂਜ਼ ਟੂ ਪ੍ਰੋਡਿਊਸ ਸਟੀਲ। ਅਤੇ ਜਿਵੇਂ ਹੁਣ ਲੱਕੜੀ ਆ ਉਹ ਆਪਾਂ ਪਲਾਂਟਸ ਤੋਂ ਐਕਸਟ੍ਰੈਕਟ ਕੀਤੀ, ਉਹਨੂੰ ਕੱਟ ਕੀਤਾ, ਉਹਦੇ ਪੀਸਿਸ ਬਣਾਏ, ਉਹਨੂੰ ਕੀ ਆ ਫਰਨੀਚਰ ਬਣਾਉਣ ਲਈ, ਜਿਵੇਂ ਆਪਾਂ ਘਰਾਂ ਦੇ ਵਿੱਚ ਫਰਨੀਚਰ ਬਣਾਉਂਦੇ ਹਾਂ ਸ਼ਾਪਸ ਦੇ ਉੱਤੇ ਜਿਹੜੀ ਟਿੰਬਰ ਯੂਜ਼ ਹੁੰਦੀ ਆ। ਇਹ ਜਿਹੜੀਆਂ ਇੰਡਸਟਰੀਜ਼ ਆ ਉਹ ਕੀ ਕਹਿੰਦੇ ਸੈਵਰਲ ਫੈਕਟਰਸ ਡਿਸਕਸ। ਇਹ ਐਨਾਲੀਟੀਕਲ ਵੀ ਹੁੰਦੀਆਂ ਨੇ, ਸਿੰਥੈਟਿਕ ਵੀ ਹੁੰਦੀਆਂ ਨੇ, ਪ੍ਰੋਸੈਸਿੰਗ ਵੀ ਹੁੰਦੀਆਂ ਨੇ ਅਤੇ ਅਸੈਂਬਲੀ ਲਾਈਨਸ ਵੀ ਹੁੰਦੀਆਂ ਨੇ। ਨੈਕਸਟ ਹੈਗਾ ਕੰਸਟਰਕਸ਼ਨ ਇੰਡਸਟਰੀਜ਼। ਇਹਦੇ ਵਿੱਚ ਕੀ ਹੈ ਜਿਹੜੀ ਕੰਸਟਰਕਸ਼ਨ ਆ ਜਿਵੇਂ ਹੈ ਨਾ ਕੋਈ ਵੀ ਚੀਜ਼ ਦੀ ਕੰਸਟਰਕਸ਼ਨ ਕਿਸੇ ਦੀ ਹੋ ਗਈ, ਆਟੋਮੋਬਾਈਲ ਦੀ ਹੋ ਗਈ ਜਾਂ ਹਾਊਸਿਸ ਦੀ ਹੋ ਗਈ, ਆਲ ਦੀਸ ਥਿੰਗਸ ਆਰ ਇਨਵੋਲਵਡ ਇਨ ਦਿਸ। ਉਦੋਂ ਹੈ ਟੈਰਸ਼ਰੀ ਇੰਡਸਟਰੀਜ਼। ਇਹ ਕੀ ਆ ਜਿਵੇਂ ਕੰਜ਼ਿਊਮਰਸ ਨੂੰ ਡਾਇਰੈਕਟ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਨੇ, ਜਿਵੇਂ ਬੈਂਕਿੰਗ ਹੋ ਗਈ, ਟਰਾਂਸਪੋਰਟੇਸ਼ਨ ਹੋ ਗਈ, ਇੰਸ਼ੋਰੈਂਸ ਹੋ ਗਈ ਅਤੇ ਪਰਸਨਲ ਸਰਵਿਸਿਜ਼ ਹੋ ਗਈਆਂ ਜਿਵੇਂ ਹੋ ਗਿਆ ਟੀਚਿੰਗ, ਨਰਸਿੰਗ। ਡਾਇਰੈਕਟ ਆਪਾਂ ਕਿਸੇ ਜਿਹੜੀ ਚੀਜ਼ ਨੂੰ ਪ੍ਰੋਵਾਈਡ ਕਰਦੇ ਹਾਂ। ਨੈਕਸਟ ਹੈਗਾ ਕੁਐਟਨਰੀ ਇੰਡਸਟਰੀਜ਼। ਇਹ ਉਹ ਇੰਡਸਟਰੀਜ਼ ਹੁੰਦੀਆਂ ਨੇ ਜਿਹੜੀਆਂ ਟੈਕਨੋਲੋਜੀਕਲ ਰਿਸਰਚ, ਡਿਜ਼ਾਈਨ ਅਤੇ ਡਿਵੈਲਪਮੈਂਟ 'ਤੇ ਐਕਟ ਕਰਦੀਆਂ ਨੇ। ਇਹ ਕੀ ਆ ਫੰਡਾਮੈਂਟਲੀ ਆਫਰ ਕਰਦੀਆਂ ਨੇ ਇੰਟੈਲੈਕਚੁਅਲ ਅਤੇ ਨੌਲੇਜ ਬੇਸ ਸਰਵਿਸਿਜ਼, ਜਿਵੇਂ ਹੋ ਗਿਆ ਕੰਸਲਟੇਸ਼ਨ ਹੋ ਗਈ, ਐਜੂਕੇਸ਼ਨ ਹੋ ਗਈ, ਇਨਫੋਰਮੇਸ਼ਨ ਸ਼ੇਅਰਿੰਗ ਹੋ ਗਈ, ਡਾਟਾ ਪ੍ਰੋਸੈਸਿੰਗ ਹੋ ਗਈ, ਇੱਦਾਂ ਦੀਆਂ ਚੀਜ਼ਾਂ। ਹੁਣ ਆ ਗਈ ਫੰਕਸ਼ਨਸ ਆਫ ਇੰਡਸਟਰੀ। ਇੰਡਸਟਰੀ ਦੇ ਕੀ ਫੰਕਸ਼ਨਸ ਹੁੰਦੇ ਨੇ, ਸਟਿਮੂਲੇਟ ਪ੍ਰੋਗਰੈਸ ਇਨ ਅਦਰ ਸੈਕਟਰਸ। ਕੀ ਕਰਦੀ ਹੈ ਇੰਡਸਟਰੀ ਬਾਕੀ ਸਾਰੇ ਸੈਕਟਰਸ ਆ। ਹੁਣ ਜੇ ਕੋਈ ਵੀ ਇੰਡਸਟਰੀ ਦੇ ਵਿੱਚ ਚੀਜ਼ ਬਣੂਗੀ ਤਾਂ ਹੀ ਉਹ ਬਿਜ਼ਨਸ ਹੋਊਗਾ, ਤਾਂ ਹੀ ਉਹ ਮਾਰਕੀਟਿੰਗ ਵਗੈਰਾ ਹੋਊਗੀ, ਰਾਈਟ। ਨੈਕਸਟ ਹੈ ਪ੍ਰਮੋਟ ਡਿਵੀਜ਼ਨ ਆਫ ਲੇਬਰ ਨੂੰ ਅਕੋਰਡਿੰਗ ਟੂ ਮਤਲਬ ਪ੍ਰਮੋਟ ਕਰਦੀ ਹੈ। ਜਿਵੇਂ ਹੁਣ ਕੋਈ ਵੀ ਚੀਜ਼ ਆ, ਕੋਈ ਜਿਹੜੀ ਹੁਣ ਮੈਟਲ ਦਾ ਕੰਮ ਕਰਦੇ ਨੇ, ਦੇ ਆਰ ਨਾਟ ਏਬਲ ਟੂ ਡੂ ਵਰਕ ਇਨ ਟਿੰਬਰ until unless they get a knowledge about it or someone teach them. So these are the things that is promoted by industry. In the past it was not like that. People used to do all the works with their knowledge that they used to have. But now in the industries, the people who have a particular knowledge of a particular field, they are used to work in that field, right? Next is economic stability. It also provides economic stability, like if sale is increasing or if production is increasing, market is increasing, then it will lead to export to the other nations. If export is increased, then it will automatically improve economic stability. Next is improvement in balance of payments. मार्केट से डेवलपमेंट करते हैं, डिफेंस की प्रोविजन करते हैं, टेक्नोलॉजिकल प्रोग्रेस इंडिया, राइट। दीज आर ऑल थिंग्स दैट आर फंक्शंस ऑफ इंडस्ट्री। इन्होंने सारा कुछ शो करना होता है कि जी नेशन है उन्होंने की डिफेंस प्रोवाइड करना, मार्केट्स की डिवेलपमेंट करनी। हम की कहते इंपॉर्टेंस की इंडस्ट्रीज जी बन गई वो की इंपॉर्टेंस प्रोवाइड कर रही है। पहला की अपलिफ्ट द स्टैंडर्ड ऑफ लिविंग का स्टैंडर्ड इंक्रीज़ कर दिया ने, क्योंकि हम जो किसी कंट्री को मनी है ना या वो इकनॉमिकली स्टेबल है, दैन इट ऑटोमैटिकली इंक्रीज द स्टैंडर्ड ऑफ लिविंग बिकॉज पीपल हैव मोर मनी एंड जी महंगाई है जिन्हें आप कहते हैं ना वो घट जूगी। नैक्सट इज़ लिबरेट द नेशन को की है जो उपर लैके जाए लिबरेट करदियाँ ने, फ्रीडम दवादियाँ ने, राइट। इट्स इन नेशनस इनकम का ऑटोमैटिकली नेशन इनकम का एक होर सोर्स है जो बढ़ जाता है। रैपिड ग्रोथ ऑफ इनकम है जी बहुत तेज़ी ना बढ़ती, इंपलॉयमेंट जनरेट होती है, रिसोर्सिस की यूटिलाइजेशन होने लग जाती है।
ਇਫ ਵੀ ਵਿਲ ਦੇयर ਇਜ਼ ਮੈਨੀ ਥਿੰਗਸ ਫॉर एग्जांपल आई विल टेल यू ਇਹ ਹੈ ਨਾ ਆਪਣੀ ਜਿਹੜੀ ਇੰਡੀਆ ਹੈ ਉਹਦੇ 'ਚ ਬਹੁਤ ਸਾਰੀਆਂ ਇੰਡਸਟਰੀਜ਼ ਘੱਟ ਹੈ ਤਾਂ ਕਰਕੇ ਕਿ ਆਪਾਂ ਰॉ ਮਟੀਰੀਅਲ ਹੈ ਦੂਜੇ ਕੰਟਰੀਜ਼ ਨੂੰ ਪ੍ਰੋਵਾਈਡ ਕਰਦੇ ਹਾਂ ਇੰਪੋਰਟ ਕਰਦੇ ਹਾਂ ਜਦੋਂ ਆਪਾਂ ਰॉ ਮਟੀਰੀਅਲ ਪ੍ਰੋਵਾਈਡ ਕਰਦੇ ਹਾਂ ਤਾਂ ਉਹ ਬਹੁਤ ਲੈਸ ਕਾਸਟ 'ਤੇ ਜਾਂਦਾ ਬਟ ਇਨ ਦਾ ਸੇਮ ਮੈਨਰ ਜਦੋਂ ਆਪਾਂ ਉਹਨਾਂ ਤੋਂ ਡਿਵੈਲਪਡ ਕੰਟਰੀਜ਼ ਤੋਂ ਐਕਸਪੋਰਟ ਹੋਈਆਂ ਚੀਜ਼ਾਂ ਇੰਡਸਟਰੀਜ਼ ਤੋਂ ਬਣੀਆਂ ਹੋਈਆਂ ਚੀਜ਼ਾਂ ਲੈਂਦੇ ਹਾਂ ਤਾਂ ਕਿ ਉਹ ਆਪਾਂ ਨੂੰ ਮਹਿੰਗੀਆਂ ਪੈਂਦੀਆਂ ਇਹਦੇ 'ਚ ਕੀ ਦੋ ਲਾਸ ਹੋ ਗਏ ਇਫ ਵੀ ਹੈਵ ਓਨ ਇੰਡਸਟਰੀਜ਼ ਮਤਲਬ ਆਪਾਂ ਡਿਵੈਲਪ ਆਪਣੀ ਕੰਟਰੀ ਇਫ ਆਰ ਕੰਟਰੀ ਗॉट ਡਿਵੈਲਪਡ ਰਾਈਟ ਇਨ ਦ ਫਿਊਚਰ ਤਾਂ ਕੀ ਹੋਊਗਾ ਜਿਹੜਾ ਆਪਾਂ ਐਕਸਪੋਰਟ ਕਰਾਂਗੇ ਚੀਜ਼ਾਂ ਤਾਂ ਉਹਦੇ ਨਾਲ ਕੀ ਐਕਸਪੋਰਟ ਕਰਵਾਉਂਦੇ ਹਾਂ ਪਹਿਲਾਂ ਤਾਂ ਉਹ ਬੰਦ ਹੋ ਜਾਣਗੀਆਂ ਦੂਜਾ ਕੀ ਜਦੋਂ ਆਪਣੇ ਅੰਦਰ ਆਪਣੀ ਕੰਟਰੀ ਦੇ ਵਿੱਚ ਉਹ ਚੀਜ਼ਾਂ ਬਣਨਗੀਆਂ ਆਪਾਂ ਆਪ ਉਹਨਾਂ ਨੂੰ ਕੀ ਕਰਾਂਗੇ ਇੱਕ ਤਾਂ ਆਪਾਂ ਉਹਨਾਂ ਨੂੰ ਐਕਸਪੋਰਟ ਕਰਨਾ ਸ਼ੁਰੂ ਕਰਾਂਗੇ ਦੂਜਾ ਜਿਹੜਾ ਆਪਣਾ ਰॉ ਮਟੀਰੀਅਲ ਆ ਉਹ ਆਪਣੇ ਕੋਲ ਬਹੁਤ ਲੈਸ ਕਾਸਟ 'ਤੇ ਮਿਲਦਾ ਜਿਹੜਾ ਆਟੋਮੈਟਿਕਲੀ ਯੂਜ਼ ਹੋਊਗਾ ਅਤੇ ਪ੍ਰੋਫਿਟ ਰੇਟ ਆ ਆਟੋਮੈਟਿਕਲੀ ਇਨਕਰੀਜ਼ ਹੋ ਜਾਊਗਾ ਮੋਰ ਓਵਰ ਇੰਪਲੋਇਮੈਂਟ ਓਪਰਚੁਨਿਟੀਜ਼ ਜਨਰੇਟ ਹੋ ਜਾਣੀਆਂ ਕਿਉਂਕਿ ਇੰਡਸਟਰੀਜ਼ ਆ ਜਿਹੜੀਆਂ ਉਹ ਜ਼ਿਆਦਾ ਲੱਗਣਗੀਆਂ ਅੱਜ ਫੋਰਨ ਐਕਸਚੇਂਜ ਉਹੀ ਕਿ ਐਕਸਪੋਰਟ ਹੋਊਗਾ ਤਾਂ ਫੋਰਨ ਐਕਸਚੇਂਜ ਆਊਗਾ ਡਿਵੈਲਪਮੈਂਟ ਆਫ ਐਗਰੀਕਲਚਰ ਜਿੰਨੀਆਂ ਫੈਸਿਲਿਟੀਜ਼ ਬਣਨੀਆਂ ਉਨੀ ਕੀ ਟੈਕਨੋਲੋਜੀਕਲ ਪ੍ਰੋਗਰੈਸ ਹੋਊਗੀ ਉਨੇ ਜ਼ਿਆਦਾ ਆਪਣੀ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਵਧੀਆ ਹੋਣਗੀਆਂ ਅਤੇ ਆਪਾਂ ਰॉ ਮਟੀਰੀਅਲ ਵਧੀਆ ਕੁਆਲਿਟੀ ਦਾ ਪ੍ਰੋਡਿਊਸ ਕਰਾਂਗੇ ਅਤੇ ਮੋਰ ਓਵਰ ਜਿਹੜਾ ਦਾ ਮੋਸਟ ਕਾਮਨ ਸੋਰਸ ਆਫ ਰॉ ਮਟੀਰੀਅਲ ਇਜ਼ ਐਗਰੀਕਲਚਰ ਜਿਹੜੀਆਂ ਜ਼ਿਆਦਾ ਸਾਰੀਆਂ ਇੰਡਸਟਰੀਜ਼ ਨੇ ਹੁਣ ਟੈਕਸਟਾਈਲ ਦੇ ਵਿੱਚ ਕਾਟਨ ਯੂਜ਼ ਹੁੰਦੀ ਆ ਕਿੰਨੇ ਜ਼ਿਆਦਾ ਆਇਲਸ ਹੁੰਦੇ ਆ ਰਾਈਸ ਹੋ ਗਈ ਵੀਟ ਹੋ ਗਈ ਕਿੰਨਾ ਜ਼ਿਆਦਾ ਆਪਣੇ ਕੋਲ ਮਟੀਰੀਅਲ ਆ ਜਿਹੜਾ ਆਪਾਂ ਐਕਸਪੋਰਟ ਕਰਦੇ ਹਾਂ ਇਨ ਦਾ ਫਾਰਮ ਆਫ ਅ ਰॉ ਮਟੀਰੀਅਲ ਐਂਡ ਵੀ ਵਿਲ ਗੈਟ the source is in the form of a product next ਆ ਗਿਆ ਫਾਰਮਾਸਿਊਟੀਕਲ ਇੰਡਸਟਰੀ ਸਭ ਤੋਂ ਪਹਿਲਾਂ ਫਾਰਮਾਸਿਊਟੀਕਲ ਇੰਡਸਟਰੀ ਉਹ ਇੰਡਸਟਰੀ ਹੁੰਦੀ ਹੈ ਜਿਹੜੀ ਡੀਲ ਕਰਦੀ ਆ ਕਾਹਦੇ ਵਿੱਚ ਡਰੱਗਸ ਦੇ ਫਾਰਮ ਦੇ ਵਿੱਚ ਫਾਰਮੇਸ਼ਨ ਆਫ ਡਰੱਗਸ ਦੇ ਵਿੱਚ ਜਾਂ ਉਹਨਾਂ ਦੀ ਡਿਸਪੈਂਸਿੰਗ ਦੇ ਵਿੱਚ ਮੈਡੀਕਲ ਇਕਵਿਪਮੈਂਟ ਦੇ ਵਿੱਚ ਜਾਂ ਸਰਜੀਕਲ ਇੰਸਟਰੂਮੈਂਟਸ ਦੇ ਵਿੱਚ ਮਤਲਬ ਜਿਹੜੀ ਸਾਰੀਆਂ ਹੀ ਮੈਡੀਕਲ ਫੀਲਡ ਦੀਆਂ ਚੀਜ਼ਾਂ ਬਣਾਉਣ ਦੇ ਵਿੱਚ ਡੀਲ ਕਰ ਰਿਹਾ ਦੈਟ ਇਜ਼ ਫਾਰਮਾਸਿਊਟੀਕਲ ਇੰਡਸਟਰੀ ਇਹ ਕੀ ਆ ਇਹਨਾਂ ਦਾ ਮੇਨ ਕੰਮ ਕੀ ਹੁੰਦਾ ਇਹਨਾਂ ਨੇ ਕੀ ਆ ਇੰਡੀਵਿਜੂਅਲਸ ਨੂੰ ਜਿਹੜੇ ਇਲ ਹੈਲਥ ਜਾਂ ਕਿਸੇ ਡਿਸੀਜ਼ ਤੋਂ ਸਫਰ ਕਰਦੇ ਆ ਉਹ ਕੀ ਆ ਆਪਾਂ ਉਹਨਾਂ ਨੂੰ ਦਵਾਈਆਂ ਪ੍ਰੋਵਾਈਡ ਕਰਨੀਆਂ ਨੇ ਕਿ ਉਹਨਾਂ ਨੂੰ ਕੋਈ ਇਸ਼ੂ ਨਾ ਆਵੇ ਜਿਹੜੀਆਂ ਇਹਨਾਂ ਨੂੰ ਕੰਟਰੋਲ ਕਰਨ ਲਈ ਵੇਰੀਅਸ ਆਰਗੇਨਾਈਜੇਸ਼ਨਸ ਨੇ ਜਿਵੇਂ WHO ਹੋ ਗਈ ਮੈਡੀਸਿਨਸ ਐਂਡ ਹੈਲਥ ਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਹੋ ਗਈ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੋ ਗਈ ਇਹ ਤੋਂ ਬਿਨਾਂ ਹਰੇਕ ਕੰਟਰੀ ਦੀਆਂ ਆਪਣੀਆਂ ਵੀ ਜਿਹੜੀਆਂ ਹੁਣ ਰੈਗੂਲੇਟਰੀ ਏਜੰਸੀਜ਼ ਨੇ ਜਿਹੜੀਆਂ ਕਿ ਡੀਲ ਕਰਦੀਆਂ ਨੇ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਨਾਲ ਅਤੇ ਲੋਕਾਂ ਨੂੰ ਇਹਦੇ ਨਾਲ ਜਿਹੜਾ ਕੀ ਕੰਮ ਕਰਨਾ ਪੈਂਦਾ ਗਾ ਜਿਹੜੀਆਂ ਫਾਰਮਾਸਿਊਟੀਕਲ ਇੰਡਸਟਰੀਜ਼ ਨੇ ਉਹੀ ਮੇਨਲੀ ਹੈ ਜਿਹੜੀਆਂ ਮੈਡੀਸਨਸ ਬਣਾਉਂਦੀਆਂ ਨੇ ਜਿਵੇਂ ਡੇਂਜਰਸ ਡਿਸੀਜ਼ ਹੋ ਗਈ ਏਡਸ ਹੋ ਗਈ HIV ਹੋ ਗਈ ਕੋਵਿਡ ਹੋ ਗਿਆ ਇਫ ਥੀਜ਼ ਇੰਡਸਟਰੀਜ਼ ਆਰ ਅਵੇਲੇਬਲ ਦੈਨ ਦੇਰ ਇਜ਼ development in the field of a medicine without these there is not possibility of any development in the field of a medication because doctors can only prescribe medications if these are produced or developed by pharmaceutical industry until unless there is no use of prescription of medicines so pharmaceutical industry also plays a vital role moreover if some country will produce a very interesting vaccine in the form of for example we will say such as COVID vaccine is produced by many pharmaceutical industries right like Covaxin, Covishield these are the forms of products that are made by pharmaceutical industry and it is a time of a pandemic so these are providing at a very low cost but in case if there is not pandemic and these are provided for some disease because they also need money for producing new drugs it is a great source of a benefit and if people will export it to other countries it will also generate a great amount of revenue for the government as well as a great income source for industries also next is classification of a pharmaceutical industries first of all ਜਿਹੜੀਆਂ pharmaceutical industries ਆ ਉਹ bulk drugs ਹੁੰਦੀਆਂ ਨੇ bulk drugs ਬਣਾਉਂਦੀਆਂ ਨੇ ਜ਼ਿਆਦਾ quantities ਦੇ ਵਿੱਚ ਇਹਨਾਂ ਦੇ ਵਿੱਚ ਕਿਹੜੇ ਦੇ prescription medications ਤੇ over the counter drugs over the counter medicines are the those that are available without prescription of a doctor these are prescribed by pharmacists also or people can take these drugs at their own for example paracetamol ਹੋ ਗਈ ਹੈ ਨਾ ਇਹਦੇ ਲਈ prescription ਦੀ ਜਿਹੜੀ ਡਾਕਟਰ ਦੀ prescription ਦੀ ਲੋੜ ਨਹੀਂ ਹੁੰਦੀ we can take it at our own prescription drugs ਉਹੀ ਹੁੰਦੀਆਂ ਨੇ ਜਿਹੜੀਆਂ prescription ਮਿਲਦੀਆਂ ਨਹੀਂ ਹੈਗੀਆਂ ਨੈਕਸਟ ਹੈ ਫਾਰਮੂਲੇਸ਼ਨਸ ਹੁੰਦੀਆਂ ਨੇ ਜਿਵੇਂ ਲਿਕੁਇਡ ਫਾਰਮੂਲੇਸ਼ਨਸ ਹੋ ਗਈਆਂ ointments ਹੋ ਗਈਆਂ emulsions ਹੋ ਗਈਆਂ ਇਹਦੇ 'ਚ ਕੀ ਬ੍ਰਾਂਡ ਫਾਰਮੂਲੇਸ਼ਨ ਹੁੰਦੀਆਂ ਨੇ ਜੈਨਰਿਕ ਮੈਡੀਕੇਸ਼ਨ ਹੁੰਦੀਆਂ ਬ੍ਰਾਂਡਡ ਫਾਰਮੂਲੇਸ਼ਨ ਹੁੰਦੀਆਂ ਕਿਸੇ ਸਪੈਸੀਫਿਕ ਕੰਪਨੀ ਦੀ ਕੋਈ ਇੰਡਸਟਰੀ ਨੇ ਕੋਈ ਡਰੱਗ ਬਣਾਈ ਅਤੇ ਉਹ ਉਹਨਾਂ ਨੇ ਹੀ ਸੇਲ ਕਰਨੀ ਜੈਨਰਿਕ ਹੁੰਦੀਆਂ ਨੇ ਜਿਹੜੀਆਂ ਨਾਮ ਤੋਂ ਹੁਣ ਜਿਵੇਂ ਪੈਰਾਸਟਾਮੋਲ ਆ ਉਹ ਆਪਣੇ ਸਾਲਟ ਨੇਮ ਤੋਂ ਵਿਕਦੀ ਆ ਨਾ ਕਿ ਹੁਣ ਜਿਵੇਂ ਆਪਾਂ ਪੈਰਾਸਿਪ ਤਾਂ ਨਹੀਂ ਕਹਿੰਦੇ ਕਦੇ ਵੀ ਉਹ ਹੋ ਗਈ ਜਿਹੜਾ ਪੈਰਾਸਿਪ ਉਹ ਹੈਗਾ ਜੈਨਰਿਕ ਨੇਮ ਵੇਅਰ ਐਜ਼ ਜਿਹੜਾ ਬ੍ਰਾਂਡਡ ਪੈਰਾਸਿਪ ਜਿਹੜਾ ਬ੍ਰਾਂਡ ਨੇਮ ਹੈ ਜੈਨਰਿਕ ਦਾ ਪੈਰਾਸਟਾਮੋਲ ਜਿਹੜੀਆਂ
ਸਾਲਟ ਦੇ ਨੇਮ ਤੋਂ ਬਣਦੀਆਂ ਨੇ। ਫਾਰਮਾਸਿਊਟੀਕਲ ਇੰਡਸਟਰੀ in India, as we all know, ਫਾਰਮਾਸਿਊਟੀਕਲ ਇੰਡਸਟਰੀ ਜਿਹੜੀ ਇੰਡੀਆ ਦੇ ਵਿੱਚ ਲਾਸਟ ਡਿਕੇਡ ਦੇ ਵਿੱਚ ਬਹੁਤ ਜ਼ਿਆਦਾ ਗਰੋ ਹੋਈ ਆ ਅਤੇ ਕਾਫੀ ਸਾਰੀਆਂ ਮੈਡੀਕੇਸ਼ਨਸ ਨੇ ਜਿਹੜੀਆਂ ਫਾਰਮਾਸਿਊਟੀਕਲ ਇੰਡਸਟਰੀ ਆਫ ਇੰਡੀਆ ਜਿਹੜੀ ਜਨਰੇਟ ਕਰਦੀ ਆ। ਅਤੇ ਨੈਕਸਟ ਦਿਸ ਇਜ਼ ਆਲ ਅਬਾਊਟ ਟੂਡੇਜ਼ ਟੋਪਿਕ ਇੰਡਸਟਰੀ।